पाठ कर करके भी मैं थकिया ते पाठ सुन सुन के भी मैं थकिया, गुरुद्वारे आ के भी मैं थक गया। बाबा फरीद कहते हैं चब्बण चलन रतन से सुनियर बह गए। कहता हे प्रभु हुण ते दंद भी गए, चब्बण चलन हुण ते पैर भी गए, मैं चल भी नहीं सकता। रतन हुण ते जबान भी गई, मैं सही बोल भी नहीं सकता। से सुनियर बह गए हुण ते कन भी सुननों रह गए। इंज लगता है ये जीवन की बाजी भी खाली जाएगी, खेड नहीं बननी। गए मेरे कन, गईयां मेरियां अखां, गए मेरे पैर, तेरा दामन पकड़ सकां हुण ते हथ भी कंबदे ने। बाबा फरीद बिरध अवस्था जदों होई है उदों इन्हां ने कहे अर्थां दे असीं होर अर्थ कर लैंदे आ कि बाबा जी कह रहे ने ऐ कां अजे तू मेरियां अखां ना खा, सारा मास खा लिया सी। खेड ਇਹ नहीं सी, ਬਿਰਧ ਹੋ ਗਏ ਸਨ ਤੇ ਬੁਢੇਪੇ ਦਾ ਕਾਂ ਹੁਣ ਅੱਖਾਂ ਦੀ ਜੋਤ ਨੂੰ ਮੱਧਮ ਕਰ ਰਿਹਾ ਸੀ। ਜਿਵੇਂ ਕੰਨ ਚਲੇ ਗਏ, ਪੈਰਾਂ ਦੀ ਸ਼ਕਤੀ ਚਲੀ ਗਈ, ਹੱਥਾਂ ਦੇ ਕੰਮ ਕਰਨ ਦੀ ਤਾਕਤ ਚਲੀ ਗਈ, ਮੂੰਹ ਦੇ ਚੋਂ ਦੰਦ ਚਲੇ ਗਏ, ਤੋ ਬੁਢੇਪੇ ਦੇ ਪ੍ਰਵਾਹ ਕਰਕੇ ਅੱਖਾਂ ਦੀ ਜੋਤ ਘਟ ਰਹੀ ਸੀ। ਉਸ ਵਕਤ ਇਹ ਫਰਿਆਦ ਕੀਤੀ ਐ ਬੁਢੇਪਾ ਕਮ ਸੇ ਕਮ ਮੇਰੀਆਂ ਅੱਖਾਂ ਤੇ ਰਹਿਣ ਦੇ, ਅਜੇ ਤੇ ਮੈਂ ਖੁਦਾ ਨੂੰ ਦੇਖਿਆ ਹੀ ਨਹੀਂ, ਅਜੇ ਤੇ ਮੈਂ ਉਸ ਦੀ ਝਲਕ ਦੇਖੀ ਹੀ ਨਹੀਂ। ਇਹ ਵੀ ਜਾਣ ਲੱਗੀਆਂ ਨੇ ਅਜੇ ਤੇ ਮੈਂ ਕ੍ਰਿਸ਼ਮਾ ਦੇਖਿਆ ਹੀ ਨਹੀਂ। ਦਰਅਸਲ ਇਹ ਦੋ ਅੱਖਾਂ ਬੰਦ ਹੋਵਨ ਇਸ ਤੋਂ ਪਹਿਲੇ ਇੱਕ ਤੀਜੀ ਅੱਖ ਖੁੱਲਣੀ ਚਾਹੀਦੀ ਹੈ ਜਿਸ ਨਾਲ ਪ੍ਰਮਾਤਮਾ ਦਿਖਾਈ ਦਿੰਦਾ ਹੈ। ਪਰ ਹੁੰਦਾ ਕਿ ਉਹ ਤੀਜੀ ਕੀ ਖੁੱਲੇ, ਦੋ ਵੀ ਬੰਦ ਹੋ ਜਾਂਦੀਆਂ। ਕਰਮ ਕਰਦਿਆਂ ਕਰਦਿਆਂ ਕਰਮ ਦੀ ਸਫਲਤਾ ਇਹੀ ਹੈ ਉਹ ਤੀਜੀ ਅੱਖ ਖੁੱਲੇ। ਇਹ ਦੋ ਬੰਦ ਹੋ ਗਈਆਂ, ਤੀਜੀ ਤੇ ਖੁੱਲੀ ਕੋਈ ਨਹੀਂ। ਬਾਬਾ ਫਰੀਦ ਇਸ ਦਾ ਜ਼ਿਕਰ ਪੈ ਕਰਦੇ ਨੇ। ਬੁਢੇਪੇ ਨੇ ਮੇਰੇ ਪੈਰ ਨਾਕਾਰਾ ਕਰ ਦਿੱਤੇ, ਇੰਨੀ ਨਿੱਕੀ ਜੰਗੀਏ ਥਲ ਡੂੰਗਰ ਬੋਇਮ। ਇਨ੍ਹਾਂ ਛੋਟੀਆਂ ਜੰਗਾਂ ਨਾਲ, ਪੈਰਾਂ ਨਾਲ, ਮੁਲਤਾਨੀ ਭਾਸ਼ਾ ਜੰਗਾਂ ਕਹਿੰਦੇ ਨੇ ਪੈਰਾਂ ਨੂੰ, ਇਨ੍ਹਾਂ ਨਿੱਕੀਆਂ ਨਿੱਕੀਆਂ ਜੰਗਾਂ ਨਾਲ ਮੈਂ ਤੇ ਪਹਾੜਾਂ ਤੇ ਚੜ ਜਾਂਦਾ ਸੀ, ਡੂੰਗਰਾਂ ਦੀ ਬੁਲੰਦੀ ਨੂੰ ਨਾਪ ਲੈਂਦਾ ਸੀ। ਇੰਨੀ ਨਿੱਕੀ ਜੰਗੀਏ ਥਲ ਡੂੰਗਰ ਭੋਇਮ। ਅੱਜ ਫਰੀਦੇ ਕੂਜੜਾ ਸੈਕੋਆਂ ਥੇਮ ਕੋਲ ਪਿਆ ਕੂਜ਼ਾ। ਵਜ਼ੂ ਕਰਨਾ ਹੈ, ਨਹੀਂ ਚੁੱਕ ਸਕਦਾ, ਕੋਲ ਪਿਆ ਮੇਰੇ। ਪਹਾੜਾਂ ਤੇ ਚੜਨ ਵਾਲੀਆਂ ਇਹ ਲੱਤਾਂ ਦੋ ਕਦਮ ਨਹੀਂ ਚੱਲ ਸਕਦੀਆਂ। ਬੁਢੇਪੇ ਨੇ ਮੇਰੇ ਪੈਰ ਖਾ ਲਏ, ਬੁਢੇਪੇ ਨੇ ਮੇਰੇ ਦੰਦ ਲੈ ਲਏ ਨੇ। ਸੇ ਸੁਣੀਆਂ ਬਹਿ ਗਏ, ਬੁਢੇਪਾ ਮੇਰੇ ਕੰਨ ਵੀ ਲੈ ਗਏ, ਉੱਚਾ ਸੁਣਨ ਲੱਗ ਪਿਆ। ਬੁਢੇਪਾ ਮੇਰੀ ਜ਼ਬਾਨ ਵੀ ਖਾ ਗਿਆ, ਲੜਖੜਾ ਗਈ ਹੈ ਜ਼ਬਾਨ। ਤੂੰ ਤਰਲਾ ਪੈ ਲੈਂਦੇ ਨੇ ਐ ਬੁਢੇਪਾ ਮੇਰੀਆਂ ਅੱਖਾਂ ਰਹਿਣ ਦੇ। ਜੋਤ ਘਟਣ ਲੱਗ ਪਈ ਸੀ, ਰੋਸ਼ਨੀ ਘਟਣ ਲੱਗ ਪਈ ਸੀ। ਅਜੇ ਤੇ ਮੈਂ ਖੁਦਾ ਨੂੰ ਦੇਖਿਆ ਹੀ ਨਹੀਂ। ਤੇ ਖੁਦਾ ਨੂੰ ਦੇਖਣਾ ਕੀ ਹੈ? ਸਾਰਾ ਸੰਸਾਰ ਜਿਤਨੇ ਚਿਰ ਤੱਕ ਖੁਦਾ ਦਾ ਰੂਪ ਨਾ ਦਿਖਾਈ ਦੇ ਕੋਈ ਖੁਦਾ ਦੇ ਦਰਸ਼ਨ ਨਹੀਂ। ਕਹਿੰਦੇ ਨੇ ਸਾਨੂੰ ਗੁਰੂ ਨਾਨਕ ਦੇ ਦਰਸ਼ਨ ਹੋਏ, ਸਾਨੂੰ ਕ੍ਰਿਸ਼ਨ ਦੇ ਦਰਸ਼ਨ ਹੋਏ, ਇਸ ਤਰ੍ਹਾਂ ਦੇ ਭਗਤ ਮੈਨੂੰ ਬਹੁਤ ਮਿਲੇ ਨੇ, ਲੇਕਿਨ ਆਮ ਬੰਦਿਆਂ ਨਾਲ ਵਿਵਹਾਰ ਉਹਨਾਂ ਦਾ ਬਹੁਤ ਗੰਦਾ। ਉਂਝ ਕ੍ਰਿਸ਼ਨ ਜੀ ਦੇ ਦਰਸ਼ਨ ਹੋਏ ਨੇ, ਸਾਨੂੰ ਗੁਰੂ ਨਾਨਕ ਦੀ ਝਲਕ ਮਿਲੀ ਹੈ, ਔਰ ਉਂਝ ਬੰਦੇ ਨਾਲ ਵਿਵਹਾਰ ਇੰਜ ਜਿਵੇਂ ਕਸਾਈਆਂ ਵਰਗਾ, ਉਂਝ ਗੁਰੂ ਨਾਨਕ ਦੀ ਝਲਕ ਮਿਲੀ ਹੈ ਨਹੀਂ। ਜਿਤਨੇ ਚਿਰ ਤੱਕ ਸਾਰਾ ਸੰਸਾਰ ਗੁਰੂ ਦਾ ਰੂਪ ਨਾ ਦਿਖਾਈ ਦੇਵੇ ਕੋਈ ਦਰਸ਼ਨ ਨਹੀਂ। ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜੋ ਦਿਸੇ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੂਪ।
ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਬ੍ਰਾਹਮਣ ਮੁਸ਼ਤਾਕ ਕੇ ਬੁੱਤ, ਜ਼ਾਹਿਦ ਫਿਦਾਏ ਖਾਨਕਾ। ਜਾ ਰਿਹਾ ਮਸਜਿਦ ਵਿੱਚ ਮੁਸਲਮਾਨ ਖੁਦਾ ਦੀ ਝਲਕ ਵੇਖਣ ਵਾਸਤੇ, ਜਾ ਰਿਹਾ ਮੰਦਰ ਦੇ ਚ ਹਿੰਦੂ ਭਗਵਾਨ ਦਾ ਰੂਪ ਵੇਖਣ ਵਾਸਤੇ। ਬ੍ਰਾਹਮਣ ਮੁਸ਼ਤਾਕ ਕੇ ਬੁੱਤ, ਜ਼ਾਹਿਦ ਫਿਦਾਏ ਖਾਨਕਾ। ਹਰ ਕੁਜਾ ਜਾਮੇ ਮੁਹੱਬਤ ਦੀਦਾਇਮ ਸਰਸ਼ਾਰਸ। ਮੈਂ ਤੇ ਜਿੱਧਰ ਦੇਖਦਾ ਸਾਰਾ ਸੰਸਾਰ ਹੀ ਖੁਦਾ ਦੀ ਮਸਜਿਦ ਬਣ ਗਿਆ। ਸਾਰਾ ਸੰਸਾਰ ਹੀ ਭਗਵਾਨ ਦਾ ਘਰ ਹੈ। ਕਿਹੜੇ ਮੰਦਰ ਦੇ ਚ ਜਾਵਾਂ? ਇਹ ਸਾਰਾ ਸੰਸਾਰ ਹੀ ਹਰੀ ਮੰਦਰ ਹੈ। ਕਿਹੜੀ ਮਸਜਿਦ ਦੇ ਚ ਜਾਵਾਂ? ਇਹ ਸਾਰਾ ਵਿਸ਼ਵ ਮੰਡਲ ਹੀ ਖੁਦਾ ਦੀ ਮਸਜਿਦ ਹੈ। ਭਗਤ ਕਬੀਰ ਨੇ ਇਸ ਨੂੰ ਦੂਸਰੇ ਢੰਗ ਨਾਲ ਵੀ ਬਿਆਨ ਕੀਤਾ ਹੈ। ਦੇਹੀ ਮਹਿਜਿਦ ਮਨ ਮੌਲਾਣਾ, ਸਹਿਜ ਨਮਾਜ਼ ਗੁਜ਼ਾਰੇ। ਕਿਹੜੀ ਮਸਜਿਦ ਦੇ ਜਾਣਾ ਹੈ? ਦੇਹੀ ਮਸਜਿਦ ਬਣ ਗਈ ਹੈ। ਕਿਹੜੇ ਮੌਲਵੀ ਦੇ ਪਿੱਛੇ ਨਮਾਜ਼ ਪੜ੍ਹਨੀ ਹੈ? ਮਾਨੀ ਮੌਲਵੀ ਬਣ ਗਿਆ। ਔਰ ਜਿਸ ਦਿਨ ਇਹ ਕਾਇਆ ਮਸਜਿਦ ਬਣ ਜਾਏ, ਸਾਰਾ ਸੰਸਾਰ ਮਸਜਿਦ ਬਣ ਜਾਂਦਾ ਹੈ। ਜਿਸ ਦਿਨ ਇਹ ਕਾਇਆ ਦੇਵਲ ਬਣ ਜਾਏ, ਸਾਰਾ ਜਗਤ ਦੇਵਲ ਬਣ ਜਾਂਦਾ ਹੈ। ਕਾਇਓ ਦੇਵਾ, ਕਾਇਓ ਦੇਵਲ, ਕਾਇਓ ਜੰਗਮ ਜਾਤੀ। ਕਬੀਰ ਕਹਿੰਦੇ ਨੇ ਮੇਰੀ ਕਾਇਆ ਮਸਜਿਦ ਬਣ ਗਈ ਹੈ। ਪੀਪਾ ਕਹਿੰਦੇ ਨੇ ਮੇਰੀ ਕਾਇਆ ਹਰੀ ਮੰਦਰ ਬਣ ਗਈ ਹੈ। ਹਰੀ ਪ੍ਰਗਟ ਹੋ ਗਿਆ, ਹਰੀ ਮੰਦਰ। ਖੁਦਾ ਪ੍ਰਗਟ ਹੋ ਗਿਆ, ਮਸਜਿਦ। ਦੇਹੀ ਮਹਿਜਿਦ ਮਨ ਮੌਲਾਣਾ, ਸਹਿਜ ਨਮਾਜ਼ ਗੁਜ਼ਾਰੇ। ਤੋ ਖੈਰ ਮੁਖਤਸਰ ਮੈਂ ਅਰਜ਼ ਕਰਾਂ, ਮਨੁੱਖ ਨੇ ਅੱਜ ਤੱਕ ਕਰਮ ਬਹੁਤ ਕੀਤੇ ਨੇ ਔਰ ਰੋਜ਼ ਕਰ ਰਹੇ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ, ਸਾਰੇ ਕਰਮ ਜੋ ਧਾਰਮਿਕ ਜਗਤ ਦੇ ਵਿੱਚ ਕੀਤੇ ਜਾਂਦੇ, ਸ਼ਬਦ ਦੇ ਵਿੱਚ ਗਿਣਤੀ ਕਰਦੇ ਨੇ। ਇਹ ਵੀ ਮੈਂ ਕੀਤਾ, ਇਹ ਵੀ ਮੈਂ ਕੀਤਾ, ਇਹ ਵੀ ਮੈਂ ਕੀਤਾ, ਇਹ ਵੀ ਮੈਂ ਕੀਤਾ। ਕਿਸੇ ਕਰਮ ਦੇ ਚੋਂ ਤੇਰੀ ਛਾਪ ਨਹੀਂ ਮਿਲੀ। ਕਿਸੇ ਕਰਮ ਦੇ ਚ ਮੈਨੂੰ ਰਸ ਨਹੀਂ ਆਇਆ। ਕਿਸੇ ਕਰਮ ਦੇ ਚ ਪ੍ਰਕਾਸ਼ ਨਹੀਂ ਮਿਲਿਆ। ਫਿਰ ਅਖੀਰ ਦੇ ਚ ਇੰਜ ਵੀ ਕਹਿੰਦੇ ਨੇ, ਰਹਾਉ ਦੀ ਪੰਕਤੀ ਇਹੀ ਹੈ, ਮੈਂ ਕੀਏ ਕਰਮ ਅਨੇਕਾ, ਇਹਨਾਂ ਕਰਮਾਂ ਨਾਲ ਮਿਲਾਪ ਨਹੀਂ ਹੈ। ਤੋ ਫਿਰ ਉਹ ਕਿਹੜਾ ਕਰਮ ਹੈ? ਇਹਨਾਂ ਕਰਮਾਂ ਤੋਂ ਇਲਾਵਾ ਹੋਰ ਕਿਹੜਾ ਕਰਮ ਹੈ? ਸਤਸੰਗ ਦੇ ਚਾਣਾ ਕਰਮ ਹੈ, ਕਥਾ ਕੀਰਤਨ ਕਰਨਾ ਕਰਮ ਹੈ, ਕਥਾ ਕੀਰਤਨ ਸੁਣਨਾ ਕਰਮ ਹੈ, ਦਾਨ ਪੁੰਨ ਕਰਨਾ ਕਰਮ ਹੈ, ਤੀਰਥਾਂ ਦਾ ਰਟਨ ਕਰਮ ਹੈ, ਘੱਟ ਬੋਲਣਾ ਵੀ ਇੱਕ ਕਰਮ ਹੈ। ਇਸੇ ਨੂੰ ਮੌਨ ਕਹਿ ਸਕਦੇ ਹਾਂ। ਕਮ ਆਵਾਜ਼ ਹਰਗਿਜ਼ ਨਾ ਬੀਨੀ ਖਜਲ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਘੱਟ ਬੋਲਣ ਵਾਲਾ ਬੰਦਾ ਹਰਗਿਜ਼ ਖੱਜਲ ਖੁਆਰ ਨਹੀਂ ਆਉਂਦਾ। ਉਹ ਆਪਣੇ ਤੇ ਬਥੇਰੀਆਂ ਜ਼ਿੰਮੇਵਾਰੀਆਂ ਨਹੀਂ ਚੁੱਕਦਾ। ਕਮ ਆਵਾਜ਼ ਹਰਗਿਜ਼ ਨਾ ਬੀਨੀ ਖਜਲ, ਜਵੈ ਮੁਸ਼ਤ ਬਿਹਤਰ ਯਕ ਤੋਦੈ ਗਿਲ। ਗਿਲ ਕਹਿੰਦੇ ਨੇ ਮਿੱਟੀ ਨੂੰ। ਜਵੈ ਜੌ ਦਾ ਦਾਣਾ। ਸਾਦੀ ਕਹਿੰਦੇ ਨੇ, ਇੱਕ ਗੱਲ ਆਖ ਭਾਵੇਂ ਜੌ ਦੇ ਦਾਣੇ ਵਰਗੀ ਹੋਵੇ, ਛੋਟੀ ਸਹੀ, ਪਰ ਹੋਵੇ ਮੁਸ਼ਕ ਕਪੂਰ ਵਰਗੀ। ਉਸ ਗੱਲ ਦੇ ਚ ਕੁਝ ਮਹਿਕ ਹੋਵੇ, ਸੁਗੰਧ ਹੋਵੇ। ਇਹ ਕਿ ਤੂੰ ਬੋਲੇ, ਤੇਰੀ ਜ਼ਬਾਨ ਚੱਲੇ ਔਰ ਤੂੰ ਗੱਲਾਂ ਦਾ ਢੇਰ ਲਾ ਦੇਵੇਂ ਔਰ ਸਾਰਾ ਢੇਰ ਮਿੱਟੀ ਦਾ ਤੋਦਾ ਹੋਵੇ। ਜਵੈ ਮੁਸ਼ਕ ਬਿਹਤਰ ਯਕ ਤੋਦੈ ਗਿਲ। ਇੱਕ ਗੱਲ ਆਖ, ਭਾਵੇਂ ਜੌ ਦੇ ਦਾਣੇ ਵਰਗੀ ਛੋਟੀ ਹੋਵੇ, ਪਰ ਹੋਵੇ ਮੁਸ਼ਕ ਕਪੂਰ ਵਰਗੀ। ਤੇ ਜੇ ਉਸ ਗੱਲ ਦੇ ਚ ਖੁਸ਼ਬੂ ਨਹੀਂ ਤੇ ਛੱਡ, ਉਹ ਤੇ ਮਿੱਟੀ ਦਾ ਤੋਦਾ ਹੈ। ਗੁਰੂ ਨਾਨਕ ਦਾ ਵਾਕ ਮੈਨੂੰ ਚੇਤੇ ਆ ਰਿਹਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ, ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਅਗਰਵਾਸ ਤਨ ਸਾਸ। 68 ਤੀਰਥ ਕਾ ਮੁਖ ਟਿੱਕਾ, ਤਿਤ ਘਟ ਮਤ ਵਿਗਾਸ। ਐਸਾ ਮਤ ਦੇ ਚ ਵਿਕਾਸ ਪੈਦਾ ਹੋਇਆ, ਖੇੜਾ ਪੈਦਾ ਹੋਇਆ, ਖੁਸ਼ੀ ਪੈਦਾ ਹੋਈ ਹੈ। ਕਾਇਆ ਕੇਸਰ ਵਰਗੀ ਹੋ ਗਈ। ਕੇਸਰ ਨੂੰ ਭਾਰਤ ਵਿੱਚ ਪਵਿੱਤਰਤਾ ਦਾ ਚਿੰਨ੍ਹ ਮੰਨਦੇ ਨੇ। ਕੇਸਰ ਦਾ ਟਿੱਕਾ ਲਾਣਾ,
दूर क्यों जाइए, इसनूं फोका कर्म कांड न समझ लेना, व्यर्थ की गल न समझ लेना। बाबा बुढ़ा जी 5 पातशाहियां नूं ना तिलक लाया, तिलक ते केसर दा ही लाया जाता सी। ये भी मैं अर्ज करदे हां, धन गुरु गोबिंद सिंह जी महाराज ने हजूर साहब दे केसर दे छिट्टे गुरु ग्रंथ साहब जी महाराज ते मारे सन, केसर दे छिट्टे पतरियां ते। केसर नूं पवित्रता दा एक खास अंग मनिया गया। भारत दे सिर्फ ये कोई 50 एकड़ जमीन दे हुंदा और किधरे नहीं। कश्मीर दे पंपोश एक छोटा जिहा कस्बा है, उत्थे एक जमीन है, उत्थे हुंदा। दास ने देखा, आले दुआले बड़े तजर्बे कीते ने, इहनूं बोण दे, नहीं होया, किधरे भी नहीं। सुनिया स्पेन दे च भी आउंदा है, पर सारे भारत दे सिर्फ कश्मीर दे च, और कश्मीर दा एक छोटा जिहा कस्बा पंपोश, उत्थे हुंदा है, और किधरे नहीं आउंदा। केसर एक फुल, उसदे जिहड़ा मकरंद है वह केसर है, और काफी महंगा। प्राचीन काल तो इसे दा ही टिक्का देंदे रहे ने इत्थे मस्तक दे, और यह टिक्का प्रतीक सी तीजी अख दा। तीजी अख इत्थे ही है, 2 अखां दे विचकार इत्थे, जद खुलदी इत्थे ही खुलदी है, अंदर खुलदी है। मैं फिर अर्ज करा, विज्ञान आखेगा सी ते खोपड़ी फाड़ के देखे, इस तरह की कोई अख नहीं लभदी। ते विज्ञान तो यह भी कह सकदा सी सारे शरीर की चीर फाड़ करके देखी, आत्मा का कोई पता नहीं चलिया। खून हथ लगे, हड्डियां हथ आईयां, मिंज हथ आई है। चलो आत्मा की तो गल छड्डो, एक मनुख रागी है, उसके अंदर रामकली है, सोरठ है, बिलावल है, और इस तो इलावा वो सारे राग रागणियां दा माहिर है, सब उसके अंदर है। तो कोई आके जरा चीर फाड़ करके देख लेने रामकली किथे है, देखिए जरा सोरठ केड़ी थां ते पे, हथ आएगा? कोई बिलावल दी झलक मिलेगी? खून हथ आएगा, लेकिन कोई कह सकता है इसके अंदर बिलावल नहीं है? तो सुना रहे सी, किस तरह कह दिए बिलावल नहीं है उसके अंदर? ਉਹਦੇ अंदर सोरठ भी है, बिलावल भी है, सोही भी है, जयजावंती भी है, माज भी है, आसा भी है। पर चीरा फाड़ी करके देखांगे तो हथ नहीं आएगा, पर है तो सही अंदर। संगीतकार दे अंदर संगीत है, पर चीरा फाड़ी करिए विज्ञानक ढंग नाल ते पल्ले कुछ नहीं पैंदा, कुछ भी नहीं पैंदा।